एक ओंकार सतनाम करता पुरख निर्भव निर्वैर अकाल मूर्ति अजूनी सैभं गुर प्रसाद जप आद सच जुगाद सचे नानक होसी भी सच। धन गुरु नानक 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 धन धन गुरु नानक गुरु धन गुरु नानक। नानक। बाबा जी का दरबार बहुत बड़ा है, उन्होंने शोभा बहुत न्यारी है। बेनती करांगे कि सेवादार बहुत ने जिहड़े जिन्होंने सेवाली शर्ट पाई हुई है, थां थां ते ड्यूटियां दे रहे ने, सफाइयां करते आ, तो सारी दीवान च आ जाओ। जिहड़ी बहुत वड्डी गल है, बहुत वड्डी किरपा वो संगत विचों मिलदी। हुण सेवा निभा ली तुसीं, संगत विच बैठोगे सरोते बन के, इत्थे फिर बाबा जी दातां वंडणगे। इत्थों दीयां मोहरां चलनियां ने तुहाडीਆਂ, प्रदेशां 'च जाओ, जिथे भी जाओ, ये बाबा जी ने जिन्हां दी मोहर लग गई वो प्रदेश 'च पहुँच जाणगे। जिन्हां ते मोहर बाबा जी ने लाती उन्हां नूं नौकरियां भी मिल जाणगियां। ये सारी मेहर बाबा जी के चरणों च होनी है। तुसीं सेवा कर रहे हो, सेवा निभाइयां ने, शाम तो लैके सफाइयां कीतियां, पर हुण कीर्तन विच आण के बैठ जाओ, सारे हाजरियां भरो। उधरों वेले ते संगत विच बैठना बड़ा जरूरी। इत्थे बैठ के सारी संगत जदों जपेगी ते गुरु नानक साहब दीयां खुशियां झोली 'च पैणगियां, मेरा पैणगियां गुरु साहब दीयां। जदों दात वंडदे आ ना कस्तूरी, वो फिर बैठियां नूं ते हाज़र बैठियां नूं ते जागदियां नूं मिलदी। गुरु नानक साहब ने कई सवालों का जवाब दिता सी बगदाद के पीरां नूं, जिंदा विच एक सवाल सी कि मेहर किंदे ते आ रब दी ते मेहर किंदे ते नहीं। बाबा जी बिल्कुल हाज़र जवाब सी। बाबे नानक ने आख्या, हाजरा को मेहर, बेहाजरा को बेमेहर। जिहड़े जपण वाले आ ना, वो घर विच भी कुटिया बना लैंदे आ, जंगल च भी बना लैंदे आ, तीर्थां ते भी बना लैंदे आ। उन्हां दी ओह कुटिया ही भगती बन जाती है। आ भी जिथे आपां बैठे हाँ, ये बाबे नंद सिंह दी कुटिया सी, उन्हां दी झोंपड़ी सी, जिथे अज वड्डे वड्डे ठाठ बने हुए आ। बाबे कुटिया वाले, बाबे छपड़ी साहब वाले, बाबे झुग्गी वाले, बाबे बाबा दर्शन सिंह कुल्ली वाले आ। इधर कोटी से खां कोल बाबा जी झुग्गी वाले आ, उधर छपड़ी साहब वाले आ। उन्होंने छपड़ी ते बैठे सी ते ये बन गया नानकसर। ये सी बाबा नंद सिंह दियां कुटिया। जिथों रब दे नाम की आवाज़ आउंदी सी, धन गुरु नानक तुही निरंकार दी धुनी लगदी सी। सारे ला लो एक बारी,
ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਧੰਨ ਗੁਰੂ ਨਾਨਕ ਨਿਰੰਕਾਰ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਧੰਨ ਗੁਰੂ ਨਾਨਕ ਬੋਲੋ ਤੂੰ ਹੀ ਨਿਰੰਕਾਰ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਨਾਉ ਤੇਰਾ ਨਿਰੰਕਾਰ ਹੈ, ਲੈ ਲਈਏ ਨਰਕ ਨਾ ਜਾਈਏ। ਨਾਉ ਤੇਰਾ ਨਿਰੰਕਾਰ ਹੈ, ਨਾ ਲਈਏ ਨਰਕ ਨਾ ਜਾਈਏ। ਤੂੰ ਹੀ ਨਿਰੰਕਾਰ ਇਕ ਤੂੰ ਗੁਰੂ ਨਾਨਕ ਤੂੰ ਹੀ ਨਿਰੰਕਾਰ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਦੇਰ ਨ ਲਾਂਦੇ ਸਭ ਮਿਟ ਜਾਂਦੇ, ਜਨਮ ਜਨਮ ਦੇ ਪਾਪ ਭਿਆਨਕ। ਦੇਰ ਨ ਲਾਂਦੇ ਸਭ ਮਿਟ ਜਾਂਦੇ, ਜਨਮ ਜਨਮ ਦੇ ਪਾਪ ਭਿਆਨਕ। ਨੇੜੇ ਫਿਰ ਨਾ ਆਵਣ ਉਸਦੇ, ਜਨਮ ਮਰਨ ਜੋ ਹੈ ਦੁਖ ਅਚਾਨਕ। ਸਭ ਸੁਖ ਆਣ ਨਿਵਾਸ ਕਰੇ ਦੇ, ਦੂਰੋਂ ਸਭ ਦੁਖ ਅਚਾਨਕ। ਸਾਰੀ ਸੰਗਤ ਮਿਲ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਬਾਬਾ ਨਾਨਕ। ਤੂੰ ਹੀ ਨਿਰੰਕਾਰ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਗੁਰੂ ਨਾਨਕ ਤੂੰ ਹੀ ਨਿਰੰਕਾਰ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਬਰਸੀ ਬਾਬਾ ਨੰਦ ਸਿੰਘ ਜੀ ਦੀ ਆਉਂਦੀ ਏ। ਜਿੰਨੀਆਂ ਇੱਥੇ ਰਹਿਣ ਸਬਾਈਆਂ ਹੁੰਦੀਆਂ, ਫਿਰ ਇੱਥੇ ਹਾਜ਼ਰੀ ਭਰੀ ਦੀ। ਨਹੀਂ ਤਾਂ ਅਸੀਂ ਸਕੂਲ ਦੇ ਵਿੱਚ ਉੱਥੇ ਹਾਜ਼ਰੀ ਭਰ ਲਈ ਦੀ। ਬਾਬਾ ਜੀ ਦੀ ਸਮਾਤੇ ਕਿ ਜਿੱਥੇ ਮਨ ਟਿਕਦਾ ਹੈ ਉੱਥੇ ਗੁਣ ਗਾਓ। ਅੰਮ੍ਰਿਤਸਰ ਅਸੀਂ ਜਾਂਦੇ ਹਾਂ, ਉੱਥੇ ਸਥਾਨ ਬਣਾਇਆ ਨਾਲ ਹੀ ਦਰਬਾਰ ਸਾਹਿਬ ਦੇ। ਉੱਥੇ ਪੂਰੀਆਂ ਰਹਿਣ ਸਬਾਈਆਂ ਕਰੀ ਦੀਆਂ ਕਿ ਉੱਥੇ ਆਪਾਂ ਦਰਬਾਰ ਸਾਹਿਬ ਨਹੀਂ ਕਰ ਸਕਦੇ। ਉੱਥੋਂ ਦੀਆਂ ਡਿਊਟੀਆਂ ਨੇ, ਸੇਵਾ ਨੇ, ਜ਼ਿੰਮੇਵਾਰੀਆਂ ਨੇ। ਤੇ ਫਿਰ ਸਾਈਡ ਤੇ ਬਹਿ ਕੇ ਗੁਣ ਲਗਾ ਲਏ ਤੇ ਗੁਰੂ ਰਾਮਦਾਸ ਜੀ ਨੂੰ ਬੇਨਤੀ ਕਰਤੀ, ਜੀ ਪ੍ਰਵਾਨ ਕਰ ਲਿਓ। ਹਜ਼ੂਰ ਸਾਹਿਬ ਵੀ ਅਸੀਂ ਬਾਹਰ ਨਦੀ ਦੇ ਬਣਿਆ ਹੋਇਆ ਸਥਾਨ ਜਾਂ ਨੇੜੇ ਲੰਗਰ 'ਚ, ਉੱਥੇ ਬਹਿ ਕੇ ਰਹਿਣ ਸਬਾਈਆਂ ਕਰ ਲਈ ਦੀਆਂ। ਬਾਜਾਂ ਵਾਲੇ ਦੇ ਚਰਨਾਂ 'ਚ ਬੇਨਤੀ ਕਰ ਦੀ ਕਿ ਬਾਬਾ ਜੀ, ਸਤਿਗੁਰੂ ਜੀ, ਸਾਡੇ ਇਹ ਪ੍ਰਵਾਨ ਕਰ ਲਿਓ। ਜਿੱਥੇ ਵੀ ਬਹਿ ਕੇ ਅਸੀਂ ਗੁਣ ਗਾਏ ਆ, ਇੱਥੇ ਵੀ ਪ੍ਰਬੰਧਕਾਂ ਵੱਲੋਂ ਹੁੰਦੀਆਂ ਨੇ ਜ਼ਿੰਮੇਵਾਰੀਆਂ। ਤੇ ਫਿਰ ਜੇ ਇੱਥੇ ਹੋਵੇ ਤੇ ਫਿਰ ਇੱਥੇ ਗੁਣ ਗਾਲੀ ਦੇ, ਨਹੀਂ ਤਾਂ ਸਾਈਡ ਤੇ ਬਹਿ ਕੇ
ਸਕੂਲ ਦੇ ਵਿੱਚ ਉੱਥੇ 20 ਰਹਿਣ ਸਬਾਈਆਂ ਕਰ ਲਈ ਦੀਆਂ, ਜਿੰਨੀ ਦੇਰ ਮਾਂ ਸੰਪੜ ਪਾੜ ਰੱਖੀਏ ਜਾਂ ਕੋਈ ਵੀ। ਕਿ ਠਾਠ ਦੇ ਵਿੱਚ ਕੋਈ ਸਰੀਰ ਵੀ ਜਦੋਂ ਵੱਡਾ ਹੋ ਜਾਂਦਾ ਹੈ ਉਦੋਂ ਫਿਰ ਢਿੱਲ ਮੱਠ ਸਰੀਰਾਂ 'ਚ ਆ ਜਾਂਦੀ। ਅੱਜ ਵੀ ਬੁਖਾਰ ਸੀ, ਦਵਾਈਆਂ ਲਈਆਂ, ਟੀਕੇ ਟੂਕੇ ਲਵਾ ਕੇ ਫਿਰ ਮੈਂ ਪੈ ਗਿਆ। ਮੈਂ ਕਿਹਾ ਬਾਬਾ ਜੀ ਨੇ ਸੇਵਾ ਲੈਣੀ ਹੋਈ ਲੈ ਲੈਣਗੇ ਕਿਰਪਾ ਕਰਕੇ, ਨਹੀਂ ਤਾਂ ਇੱਥੇ ਸਕੂਲ 'ਚ ਹਾਜ਼ਰੀ ਭਰ ਲਾਂਗੇ। ਸਟੇਜ ਸੈਕਟਰੀ ਬਹੁਤ ਹਿੰਮਤ ਵਾਲੇ ਆ, ਇਹਨਾਂ ਨੇ ਰਾਤ ਅੱਜ ਦੀ ਰਹਿਣ ਸਬਾਈ ਇਹਨਾਂ ਨੇ ਲਾਈ ਸਾਰੀ, ਇਹਨਾਂ ਦੇ ਉਪਰਾਲੇ ਨਾਲ। ਇੱਥੇ ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੁੰਦਾ ਹੈ, ਪਰ ਬਾਬਾ ਜੀ ਵੇਲੇ ਨਹੀਂ ਸੀ। ਬਾਬਾ ਈਸ਼ਰ ਸਿੰਘ ਜੀ ਤੋਂ ਬਾਅਦ ਸੰਤ ਗੇਜਾ ਸਿੰਘਾ ਨੇ ਸੁਖਮਨੀ ਸਾਹਿਬ ਦੇ ਪਾਠ ਦੀ ਮਰਜ਼ਾਦਾ ਸ਼ੁਰੂ ਕੀਤੀ ਅਤੇ ਹੁਣ ਤੱਕ ਉਹ ਨਿਭ ਰਹੀ ਹੈ ਸੇਵਕਾਂ ਵੱਲੋਂ। ਨਹੀਂ ਤਾਂ ਪਹਿਲੋਂ ਕੀਰਤਨ ਸ਼ੁਰੂ ਹੁੰਦਾ ਸੀ ਅਤੇ ਉਸ ਤੋਂ ਪਹਿਲੋਂ ਕੋਈ ਨਹੀਂ ਹੁੰਦਾ ਸੀ। 12 ਵਜੇ ਤੱਕ ਜਿਹੜੇ ਨਿਰਵਾਣ ਕੀਰਤਨ ਵਾਲੇ ਗੁਰਮੁਖ ਪਿਆਰੇ ਚੱਲਦੇ ਸੀ। ਦਿਨੇ ਭੋਗ ਪੈ ਜਾਂਦਾ ਜਿਵੇਂ 7 ਵਜੇ, 7 ਤੋਂ ਬਾਅਦ ਬਾਬਾ ਜੀ ਫਿਰ ਆਣ ਕੇ 8 ਵਜੇ ਕੀਰਤਨ ਸ਼ੁਰੂ ਕਰਾ ਲੈਂਦੇ ਸੀ। ਬਾਬਾ ਆਨੰਦ ਸਿੰਘ ਜੀ ਟਾਈਮ ਦੀ ਅੰਮ੍ਰਿਤ ਵੇਲੇ ਦੀ ਕੀਰਤਨ ਦੀ ਸਮਾਪਤੀ ਹੋ ਜਾਣੀ ਮੰਨ ਲਓ 7 ਵਜੇ। ਬਾਬਾ ਜੀ ਲੰਗਰ ਪ੍ਰਸ਼ਾਦਾ ਛਕ ਕੇ ਆਣ ਕੇ ਫਿਰ ਕੀਰਤਨ ਸੁਣਦੇ ਹੁੰਦੇ ਸੀ। ਉਹਨਾਂ ਦਾ ਭੋਜਨ ਹੀ ਕੀਰਤਨ ਹੀ, ਖੁਰਾਕ ਹੀ ਕੀਰਤਨ ਹੈ। ਕੁਝ ਸਮਾਂ ਤਾਂ ਬਾਬਾ ਸਾਧੂ ਸਿੰਘ ਜੀ ਉਹ ਡਿਊਟੀ ਭੁਗਤਾਉਂਦੇ ਰਹੇ, ਇੱਥੇ ਕੀਰਤਨ ਕਰਦੇ ਹੁੰਦੇ ਸੀ। ਸਰਦਾਰਾ ਸਿੰਘ ਵੀ ਹੁੰਦੇ ਸੀ ਉਸ ਸਮੇਂ। ਸਾਰਿਆਂ ਨੂੰ ਪਤਾ ਹੋਣਾ, ਬਾਬਾ ਕਾਲਾ ਸਿੰਘ ਨੂੰ ਵੀ, ਇੱਧਰ ਸਾਨੂੰ ਵੀ ਪਤਾ ਸੀ ਬਾਬਾ ਜੀ ਦੇ ਬਾਗ 'ਚ ਰਾਮ ਸਿਉਣੀ, ਸਾਰੇ ਨੇਕ ਸਿਉਣੀ। ਸਵੇਰੇ ਉੱਧਰ ਭੋਗ ਪੈ ਜਾਂਦਾ ਸੀ ਅਤੇ 1 ਘੰਟਾ ਇੱਥੇ ਕੀਰਤਨ ਹੁੰਦਾ ਸੀ। ਉਹ ਫਿਰ ਬਾਬਾ ਲੱਖਾ ਸਿੰਘ ਜੀ ਛੱਡ ਗਏ। ਬਾਬਾ ਸਾਧੂ ਸਿੰਘ ਜੀ ਵੇਲੇ ਹੀ ਉਹ ਡਿਊਟੀ ਪਹਿਲਾਂ ਚੱਲਦੀ ਰਹੀ, ਫਿਰ ਬੰਦ ਹੋ ਗਈ। ਬਾਬਾ ਕੁੰਦਨ ਸਿੰਘ ਜੀ ਨੇ ਰਾਤ ਦੀ ਡਿਊਟੀ ਬੰਦ ਨਹੀਂ ਕੀਤੀ। ਗਰਮੀਆਂ 'ਚ ਆਣ ਕੇ 2.5 ਘੰਟੇ ਦੀ ਹੋ ਜਾਂਦੀ। 10 ਵਾਲੀ ਡਿਊਟੀ ਜਿਹੜੀ ਹੈ ਉਹ ਫਿਰ 10:30 ਵਜੇ ਤੱਕ ਹੁੰਦੀ ਹੈ। 10:30 ਤੋਂ 12:30 ਵਜੇ ਤਾਈਂ ਸੁਰ ਵਾਲਾ ਕੀਰਤਨ ਕਰਦਾ ਹੈ। ਇਹ ਬਾਬਾ ਕੁੰਦਨ ਸਿੰਘ ਜੀ ਨੇ ਦੋਵੇਂ ਡਿਊਟੀਆਂ ਬੰਦ ਨਹੀਂ ਹੋਣ ਦਿੱਤੀਆਂ। ਹੀਰੇ ਲਾਲਾਂ ਦੀ ਕਦਰ ਹੁੰਦੀ ਮਹਾਂਪੁਰਖਾਂ ਨੂੰ, ਅਤੇ ਮਹਾਂਪੁਰਸ਼ ਇਹ ਕਹਿੰਦੇ ਮਹਾਰਾਜ ਵੀ ਡਿਊਟੀਆਂ ਤਾਂ ਤੁਸੀਂ ਕਰਾਉਣੀਆਂ ਹੈ, ਸਾਡਾ ਦਮ ਨਹੀਂ ਹੈਗਾ, ਤੁਸੀਂ ਆਪਣੀ ਹਿੰਮਤ ਨਾਲ ਕਰਾ ਲਿਓ, ਆਪਣੀ ਕਿਰਪਾ ਨਾਲ ਕਰਾ ਲਿਓ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਇੱਕ ਵੀ ਡਿਊਟੀ ਨਹੀਂ ਛੱਡੀ। ਸੰਤ ਭਜਨ ਸਿੰਘ ਜੀ ਵੱਡੇ ਰੋਜ਼ ਕਥਾ ਪੜ੍ਹਦੇ ਹੁੰਦੇ ਸੀ ਬਾਬਾ ਜੀ ਕੋਲ ਆਣ ਕੇ। 9 ਵਜੇ ਦਾ ਉਹਨਾਂ ਦਾ ਨੇਮ ਸੀ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਪਿੱਛੇ ਬਹਿ ਜਾਂਦੇ ਸੀ ਅਤੇ ਕਥਾ ਸੁਣਦੇ ਹੁੰਦੇ ਸੀ। ਅਤੇ ਸੰਤ ਭਜਨ ਸਿੰਘ ਜੀ ਉਹ ਕਥਾ ਸੁਣਾਉਂਦੇ ਹੁੰਦੇ ਸੀ ਆਣ ਕੇ। ਘੰਟਾ ਕੁ ਬਾਬਾ ਜੀ ਕੋਲ ਬਹਿ ਕੇ ਨਾ ਆਸਨ 'ਤੇ ਜਿੱਥੇ ਕੁਰਸੀ ਲੱਗੀ ਹੈ ਉੱਥੇ ਸੰਤ ਭਜਨ ਸਿੰਘ ਜੀ ਨੇ ਕਥਾ ਸੁਣਾਉਣੀ ਕਰਨੀ, ਪੋਥੀ ਖੋਲ੍ਹ ਕੇ ਬਾਬਾ ਜੀ ਨੂੰ। ਬਾਬਾ ਜੀ ਸੁਣਦੇ ਹੁੰਦੇ ਸੀ ਅਤੇ ਉਹ ਫਿਰ ਬਾਅਦ ਵਿੱਚ ਵੀ ਸੁਣਾਉਂਦੇ ਰਹੇ ਬਹੁਤ ਸਾਲ। ਫਿਰ ਉਹਨਾਂ ਦੇ ਅੜਚਨਾ ਕੋਈ ਪੈ ਗਈਆਂ, ਰੁਕਾਵਟਾਂ ਖੜੀਆਂ ਹੋ ਗਈਆਂ ਉਹਨਾਂ ਦੀ ਉਹ ਡਿਊਟੀ 'ਚ। ਅਤੇ ਉਹ ਜਦੋਂ ਮੁਸ਼ਕਿਲਾਂ ਆਈਆਂ ਤਾਂ ਉਹਨਾਂ ਨੇ ਫਿਰ ਉਹ ਡਿਊਟੀ ਆਪਣੀ ਉਸ ਸਮੇਂ ਉਹਨਾਂ ਨੇ ਛੱਡੀ। ਨਹੀਂ ਤਾਂ ਬਹੁਤ ਸਾਲ ਉਹ ਬਾਬਾ ਜੀ ਦੇ ਆਸਣ 'ਤੇ ਕਥਾ ਕਰਦੇ ਹੁੰਦੇ ਸੀ। ਫਿਰ ਕਈਆਂ ਵੱਲੋਂ ਰੁਕਾਵਟ ਪਾਈ ਗਈ, ਪਰ ਬਾਬਾ ਜੀ ਕਹਿੰਦੇ ਸੀ ਵੀ ਮੁਰਸ਼ਦ ਦੀ ਲਾਈ ਡਿਊਟੀ ਸੇਵਾ ਛੱਡੋ ਨਾ, ਉਹਨੂੰ ਕਰੀ ਜਾਓ। ਕਿ ਮਹਾਂਪੁਰਸ਼ ਬਹਿ ਕੇ ਸੁਣਦੇ ਆ। ਬਾਬਾ ਆਨੰਦ ਸਿੰਘ ਜੀ ਆਣ ਕੇ 8 ਵਜੇ ਕੀਰਤਨ 1 ਘੰਟਾ ਸੁਣਦੇ ਸੀ। ਉਹ ਫਿਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵੇਲੇ ਵੀ ਹੁੰਦਾ ਰਿਹਾ, ਬਾਬਾ ਜੀ ਵੀ ਸੁਣਦੇ ਰਹੇ।
ਫਿਰ ਬਾਅਦ 'ਚ ਬਾਬਾ ਸਾਹਿਬ ਸਿੰਘ ਜੀ ਬਹੁਤ ਸਮਾਂ ਕਰਦੇ ਰਹੇ। ਫਿਰ ਉਹਨਾਂ ਸਰੀਰ ਢਿੱਲ ਮੱਠ 'ਚ ਹੋਇਆ ਅਤੇ ਕੀਰਤਨੀਆਂ ਨੇ ਫਿਰ ਉਹ ਡਿਊਟੀ 'ਚ ਢਿੱਲ ਪੈ ਗਈ। ਸੁਖਮਨੀ ਸਾਹਿਬ ਦੀ ਡਿਊਟੀ ਜਿਹੜੀ ਇਹ ਸੰਤ ਗੇਜਾ ਸੀ ਉਹਨਾਂ ਨੇ ਬਾਬਾ ਜੀ ਵੇਲੇ ਨਹੀਂ ਸੀ, ਇਹ ਬਾਅਦ 'ਚ ਸ਼ੁਰੂ ਕੀਤੀ ਹੈ, ਪਰ ਉਹਨਾਂ ਨੇ ਹੁਣ ਤਾਂ ਹੀ ਨਿਭਾਈ ਜਾ ਰਹੇ ਆ। ਸ਼ੁਰੂ ਕੀਤੀ ਅਤੇ ਨਿਭੀ ਜਾਂਦੀਆਂ ਨੇ ਮਾਲਕ ਦੇ ਚਰਨਾਂ 'ਚ। ਨਹੀਂ ਤਾਂ 3:30 ਵਜੇ ਜਾਂ 3 ਵਜੇ ਆਸਾ ਦੀ ਵਾਰ ਦੇ ਕੀਰਤਨ ਹੀ ਸ਼ੁਰੂ ਹੁੰਦੇ ਆ। ਮੇਰਾ ਭਾਵ ਕਹਿਣ ਤੋਂ ਕਿ ਭਗਤੀ ਕਰਨੀ ਆਪਾਂ, ਮਾਲਕ ਦੀਆਂ ਖੁਸ਼ੀਆਂ ਲੈਣੀਆਂ ਹੈ, ਮਨ ਜੋੜਨਾ ਹੈ। ਜੇ ਦੁਬਿਧਾ ਹੈ ਫਿਰ ਉਹ ਪਾਸਾ ਹੀ ਛੱਡ ਦਿਓ। ਕਹਿੰਦੇ ਦੁਬਿਧਾ ਵਿੱਚ ਬੈਰਾਗ ਨਾ ਹੋਈ, ਜਬਲਾ ਦੂਜੀ ਰਾਈ। ਗੁਰੂ ਨਾਨਕ ਸਾਹਿਬ ਜੀ ਦਰਗਾਹ ਨੂੰ ਗਏ ਅਤੇ ਦੁਬਿਧਾ ਪੈ ਗਈ। ਗੁਰੂ ਅੰਗਦ ਸਾਹਿਬ ਨੇ ਕਰਤਾਰਪੁਰ ਹੀ ਛੱਡਤਾ ਵੀ ਮੈਂ ਦੁਬਿਧਾ ਦੇ ਵਿੱਚ ਨਹੀਂ ਰਹਿਣਾ। ਉੱਥੋਂ ਛੱਡ ਕੇ ਕਰਤਾਰਪੁਰ ਖੰਡੂਰ ਆਣ ਕੇ ਵਸ ਗਏ। ਖੰਡੂਰ ਹੁਣ ਦੁਬਿਧਾ ਸੀ ਗੁਰੂ ਅੰਗਦ ਸਾਹਿਬ ਤੋਂ ਬਾਅਦ। ਗੁਰੂ ਅਮਰਦਾਸ ਨੇ ਭਗਤੀ ਕਰਨੀ ਸੀ, ਉਹ ਆਣ ਕੇ ਗੋਬਿੰਦਵਾਲ ਬੈਠ ਗਏ। ਉਹਨਾਂ ਨੇ ਖੰਡੂਰ ਛੱਡ ਦਿੱਤਾ। ਫਿਰ ਗੁਰੂ ਰਾਮਦਾਸ ਜੀ ਨੇ ਭਗਤੀ ਕਰਨੀ ਸੀ। ਇੱਥੇ ਪੁੱਤਰਾਂ ਦੇ ਪੋਤਰੇ ਪੜਪੋਤਰੇ ਵੀ ਹੋ ਗਏ ਸੀ। ਗੁਰੂ ਸੁੰਦਰ ਜੀ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਸੀ। ਆਨੰਦ ਜੀ, ਮੋਰੀ ਜੀ, ਮੋਹਨ ਜੀ ਇਹ ਪੁੱਤਰ ਸੀ। ਅਤੇ ਗਾਂ ਗੁਰੂ ਸਾਹਿਬ ਦੇ ਪੜਪੋਤਰੇ ਸੀ, ਪੋਤਰੇ ਸੀ। ਆਨੰਦ ਜੀ ਪੜਪੋਤਰੇ ਸੀ, ਪੋਤਰੇ ਸੀ। ਸੁੰਦਰ ਜੀ ਪੜਪੋਤਰਾ ਸੀ ਆਨੰਦ। ਇਹ ਸਾਰੇ ਸੀ ਉੱਥੇ ਗੋਬਿੰਦਵਾਲ। ਪਰ ਇੱਥੇ ਸੀ ਦੁਬਿਧਾ। ਗੁਰੂ ਰਾਮਦਾਸ ਨੂੰ ਹੁਕਮ ਹੋਇਆ ਵੀ ਦੁਬਿਧਾ ਵਿੱਚ ਬੈਰਾਗ ਨਾ ਹੋਈ, ਜਬਲਾ ਦੂਜੀ ਰਾਈ। ਉੱਥੇ ਤੁਸੀਂ ਬੈਰਾਗ ਕਰਨਾ ਹੈ, ਤੁਸੀਂ ਆਪਦੇ ਬਹਿ ਕੇ ਆਨੰਦ ਨਾਲ ਬੈਰਾਗ ਵਿੱਚ ਭਗਤੀ ਕਰ ਲਓ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਵੀ ਇਸੇ ਤਰ੍ਹਾਂ ਹੀ, ਉਹਨਾਂ ਨੇ ਫਿਰ ਤਰਨ ਤਾਰਨ ਵਸਾਇਆ ਸੀ ਅੰਮ੍ਰਿਤਸਰ ਤੋਂ। ਫਿਰ ਉੱਥੇ ਮਾਂ ਬਾਬਾ ਗੁਰੂ ਸਾਹਿਬ ਬਹੁਤ ਸਮਾਂ ਬਿਰਾਜਦੇ ਰਹੇ ਅਤੇ ਤਰਨ ਤਾਰਨ ਵੀ ਰਹਿੰਦੇ, ਅੰਮ੍ਰਿਤਸਰ ਵੀ ਰਹਿੰਦੇ ਸੀ, ਜ਼ਿਆਦਾ ਤਰਨ ਤਾਰਨੀ। 6ਵੇਂ ਪਾਤਸ਼ਾਹ ਨੇ ਹਰਗੋਬਿੰਦਪੁਰਾ ਵਸਾਇਆ ਦਰਿਆ ਦੇ ਕੰਢੇ 'ਤੇ। ਫਿਰ ਮਹਾਰਾਜ ਉੱਥੇ ਬਿਰਾਜਦੇ ਹੁੰਦੇ ਸੀ। ਕਰਤਾਰਪੁਰ ਵਸਾਇਆ ਗਿਆ। 7ਵੇਂ ਪਾਤਸ਼ਾਹ ਗਰੀਬ ਨਵਾਜ਼ ਆ ਗਏ ਕੀਰਤਪੁਰ ਸਾਹਿਬ। 8ਵਿਆਂ ਦਾ ਸਮਾਂ ਥੋੜ੍ਹਾ ਸੀ ਅਤੇ 9ਵਿਆਂ ਨੇ ਫਿਰ ਨਾਲ ਹੀ ਅਨੰਦਪੁਰ ਸਾਹਿਬ ਵਸਾਇਆ ਮਾਖੋਵਾਲ ਦੀ ਧਰਤੀ 'ਤੇ। ਉੱਥੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਸਮਾਂ ਬਿਰਾਜੇ। ਇਹ ਜਿੱਥੇ ਗੁਰੂ ਪੀਰ ਮਹਾਂਪੁਰਖ ਬਹਿ ਜਾਣ ਉੱਥੇ ਹੀ ਤੀਰਥ ਬਣ ਜਾਂਦੇ, ਉੱਥੇ ਹੀ ਜੋਤਾਂ ਜਗ ਜਾਂਦੀਆਂ ਨੇ, ਉੱਥੇ ਹੀ ਰੱਬ ਦੇ ਨਾਮ ਦੇ ਪਹਿਰੇ ਲੱਗ ਜਾਂਦੇ ਆ। ਸ਼ਹੀਦ ਸਿੰਘ ਵੀ ਆ ਜਾਂਦੇ ਆ, ਦੇਵੀ ਦੇਵਤੇ ਵੀ ਆ ਜਾਂਦੇ ਆ। ਦੇਖਣ ਨੂੰ ਸਾਨੂੰ ਮਨੁੱਖ ਹੀ ਦਿਖਦੇ ਹੁੰਦੇ ਨੇ, ਫਿਰ ਸਾਰੀਆਂ ਪੁਰਾਣੀਆਂ ਰੂਹਾਂ ਆ ਕੇ ਵਾਸਾ ਕਰ ਜਾਂਦੀਆਂ ਨੇ। ਇਹ ਗੁਰਕਵਾਲ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਕੋਲ ਆਏ। ਜਦੋਂ ਆਏ ਤੇ ਸੇਵਾਦਾਰ ਨੇ ਕਿਹਾ ਬਾਬਾ ਜੀ ਨਵੇਂ ਨੇ। ਬਾਬਾ ਕੁੰਦਨ ਸਿੰਘ ਜੀ ਕਹਿੰਦੇ ਭਾਈ ਨਵੇਂ ਨਹੀਂ, ਪੁਰਾਣੇ ਨੇ। ਇਹ ਵੀ ਪਹਾੜੀਏ ਸਾਰੇ ਭਰਾ ਗੁਰੂ ਸਾਹਿਬ ਬਾਬਾ ਜੀ ਕੋਲ ਆਏ, ਜਿਨ੍ਹਾਂ ਦੇ ਅੱਜ ਬੱਚੇ ਬੈਠੇ ਨੇ। ਰਾਮ ਸਿਉਣੀ, ਸ਼ਾਮ ਸਿੰਘ, ਗੁਰਦੇਵ, ਮਹਿੰਦਰ ਸਿੰਘ, ਇਹ ਸਾਰੇ ਪਹਾੜੀਏ ਸੀ। ਇਹਨਾਂ ਨਾਲ ਹੀ ਬਾਬਾ ਗੁਰਦੇਵ ਜੀ ਹੁੰਦੇ ਸੀ, ਭਾਈ ਕੀ ਸਮਾਧ ਵਾਲੇ। ਉਹਨਾਂ ਨੂੰ ਵੀ ਹੁਣ ਤਾਈਂ ਪਹਾੜੀਆ ਹੀ ਕਹਿੰਦੇ ਰਹੇ ਸਾਰੇ। ਪੁਰਾਣੇ ਜਿਹੜੇ ਬਿਹੰਗਮ ਸੀ, ਬਾਬਾ ਕੁੰਦਨ ਸਿੰਘ ਜੀ, ਬਾਬਾ ਸਾਹਿਬ ਸਿੰਘ ਜੀ, ਬਾਬਾ ਨਰੈਣ ਸਿੰਘ, ਇਹ ਕਹਿੰਦੇ ਦੀ ਪਹਾੜੀਆ ਆ ਗਏ। ਇਹ ਪਹਾੜਾਂ ਦੇ ਵਿੱਚ ਉੱਥੇ ਦੇਹਰਾਦੂਨ ਚਲਾ ਰਹੇ ਸੀ ਸੇਵਾ, ਗੁਰਦੁਆਰਾ ਬਣਾਇਆ ਸੀ, ਅਤੇ ਇਹਨਾਂ ਦਾ ਨਾਂ ਪਹਾੜੀਏ ਹੋ ਗਿਆ। ਇਹ ਵੀ ਬਾਬਾ ਜੀ ਦੇ ਕੋਲ ਆਏ ਅਤੇ ਬਾਬਾ ਜੀ ਨੇ ਕਿਹਾ ਸੀ ਇਹ ਨਵੇਂ ਨਹੀਂ ਭਾਈ, ਇਹ ਸਾਡੇ ਪੁਰਾਣੇ ਹੀ ਨੇ, ਇਹ ਯੁੱਗਾਂ ਤੋਂ ਚੱਲੇ ਆਉਂਦੇ ਆ ਸਾਰੇ।
ਬਾਬਾ ਈਸ਼ਰ ਸਿੰਘ ਜੀ ਮਹਾਰਾਜ ਇੱਕ ਵਾਰੀ ਕਹਿਣ ਲੱਗੇ, ਭਾਈ ਤੁਹਾਡੇ ਨਵਾਂ ਤਾਂ ਅਸੀਂ ਕੋਈ ਅਜੇ ਜੋੜਿਆ ਹੀ ਨਹੀਂ, ਅਸੀਂ ਪਿਛਲਿਆਂ ਨੂੰ ਸੰਭਾਲਦੇ ਪਏ ਹਾਂ। ਜਿਹੜੇ ਜਿਨ੍ਹਾਂ ਦੀ ਸਾਡੇ ਨਾਲ ਯੁੱਗਾਂ ਯੁੱਗਾਂ ਤੋਂ ਪਿਆਰ ਹੈ, ਪ੍ਰੀਤ ਹੈ, ਉਹਨਾਂ ਨੂੰ ਅਸੀਂ ਸੰਭਾਲ ਰਹੇ ਹਾਂ। ਇਹਨਾਂ ਦਾ ਕੋਈ ਹੋਰ ਥਾਂ ਨਹੀਂ, ਇਹਨਾਂ ਦਾ ਇਹੋ ਹੀ ਥਾਂ ਹੈ, ਇਹੋ ਹੀ ਪ੍ਰੀਤ ਹੈ। ਪੜ੍ਹ ਲਓ, ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਏ। ਓ ਜੀ ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ, ਜੀ ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਏ। ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ, ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਏ। ਓ ਜੀ ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਏ, ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਏ। ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ, ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ। ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ ਏ, ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ ਏ। ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ, ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ। ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ ਏ। ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ ਏ। ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ। ਸੰਨ 70 ਤੋਂ 71 ਤੋਂ ਦਾਸ ਜੀ ਬਾਬਾ ਕੁੰਦਨ ਸਿੰਘ ਜੀ ਨੇ ਡਿਊਟੀ 73 'ਚ ਲਾਤੀ ਸੀ ਕਿ ਭਾਈ ਤੂੰ ਸਟੇਜ 'ਤੇ ਬੈਠਿਆ ਕਰ, ਨਾਲ ਸੰਤ ਭਜਨ ਸੁਣਾ ਦੇ। ਤੇ ਜਦੋਂ ਅਸੀਂ ਰਾਤ ਨੂੰ ਸੰਤ ਰਾਮ ਸੁਣੀ ਹੁੰਦੇ ਸੀ ਇੱਥੇ ਸਟੇਜ 'ਤੇ ਬਰਸੀ ਦੇ ਵਿੱਚ, ਤੇ ਬਰਸੀਆਂ 'ਚ ਪਤਾ ਪਾਠ ਬਹੁਤ ਚੱਲਦੇ, ਤੇ ਸਾਰਾ ਜਿਹੜਾ ਅੱਗੇ ਥਾਂ ਛੱਡਿਆ ਨਾ ਥੱਲੇ ਵਿੱਚ, ਇਹ ਪਾਠੀਆਂ ਵਾਸਤੇ ਆ ਕਿ ਉਹਨਾਂ ਨੇ ਰੌਲਾ ਲਾਉਣੀ ਹੁੰਦੀ ਏ। ਤੇ ਜਿੰਨੇ ਪਾਠੀ ਸਿੰਘੇ ਉਹ ਰੌਲ ਤੋਂ ਬਾਅਦ ਵੀ ਉੱਠ ਕੇ ਇੱਥੇ ਆ ਜਾਣਾ, ਘੰਟਾ ਡੇਢ ਘੰਟਾ। ਰੌਲ ਤੋਂ ਪਹਿਲਾਂ ਵੀ ਇੱਥੇ ਬੈਠਣਾ ਸੰਗਤ 'ਚ। ਇਹ ਇਹਨਾਂ ਦੀ ਭਗਤੀ ਏ। ਅਸੀਂ ਉੱਥੇ ਪੁੱਛੋ ਵੀ ਸਮਝਾਇਆ ਪਾਠੀ ਸਿੰਘਾਂ ਨੂੰ ਕਿ ਤੁਹਾਡੀਆਂ ਜਿਹੜੀਆਂ ਰੌਲਾ ਲਾਉਂਦੇ ਜੇ, ਇਹ ਤਾਂ ਲੈ ਜਾਂਦੇ ਨੇ ਉਹ ਜਿਹੜੇ ਤੁਹਾਨੂੰ ਪੂਜਾ ਦਿੰਦੇ ਆ, ਬਸਤਰ ਦਿੰਦੇ ਆ। ਉਹ ਡਿਊਟੀਆਂ ਤੁਹਾਨੂੰ ਨਹੀਂ ਮਿਲਦੀਆਂ, ਤੁਹਾਨੂੰ ਉਹ ਮਿਲਦਾ ਹੈ ਸਵੇਰੇ ਸ਼ਾਮ ਘੰਟਾ ਘੰਟਾ ਕੀਰਤਨ ਕਰੋ। ਤੇ ਬਾਬਾ ਜੀ ਕਹਿੰਦੇ ਸੀ, ਬਾਬਾ ਖੇਮ ਸਿੰਘ ਜੀ, ਕਿ ਪਾਠੀ ਸਿੰਘ ਨੂੰ ਕਦੀ ਕਮੀ ਨਹੀਂ ਲਿਆਉਣੀ ਚਾਹੀਦੀ ਕਿ ਉਹਨੇ ਨਿਤਨੇਮ ਨਾ ਕੀਤਾ ਹੋਵੇ 5 ਬਾਣੀਆਂ ਦਾ, ਉਹਨੇ ਸੁਖਮਨੀ ਸਾਹਿਬ ਦਾ ਪਾਠ ਨਾ ਕੀਤਾ ਹੋਵੇ 2.5 ਘੰਟੇ। ਕਹਿੰਦੇ ਤੁਹਾਡੀਆਂ ਡਿਊਟੀਆਂ ਨੇ, ਰੌਲਾ ਲਾਓ, ਪੈਸੇ ਧਨ ਮਿਲੇਗਾ ਲਓ, ਪੂਜਾ ਮਿਲੇਗੀ ਲਓ, ਘਰ 'ਚ ਵੰਡੋ, ਪਰ ਕਹਿੰਦੇ ਨਾਲ ਨਾਲ ਕੀਰਤਨ 'ਚ ਹਾਜ਼ਰੀਆਂ ਭਰੋ ਤੇ ਨਾਲ ਆਪਦਾ ਨਿਤਨੇਮ ਜ਼ਰੂਰ ਕਰ ਲਵੋ। ਗੁਰੂ ਸਾਹਿਬ ਨੇ ਜਿਹੜਾ ਨਿਤਨੇਮ ਇਹ 5 ਬਾਣੀਆਂ ਦਾ ਬਹੁਤ ਲੋਕ ਛੱਡ ਗਏ ਆ। ਇਹ 5 ਸ਼ਕਤੀਆਂ ਨੇ। ਪਿੰਡਰਾਂ ਦੀ ਟਕਸਾਲ ਦੇ ਜਥੇ ਦੇ
ਗੁਰਮੁਖ ਪਿਆਰਿਓ ਨਿਤਨੇਮ ਨਹੀਂ ਛੱਡਦੇ, ਪੰਜ ਬਾਣੀਆਂ ਦਾ ਜਾਪ ਕਰਦੇ ਹੀ ਕਰਦੇ ਨੇ। ਇਹਦੇ ਵਿੱਚੋਂ ਪੰਜ ਸ਼ਕਤੀਆਂ ਪ੍ਰਗਟ ਹੋਣੀਆਂ ਹੈ। ਜਪਜੀ ਸਾਹਿਬ ਭਗਤੀ ਹੈ, ਜਾਪ ਸਾਹਿਬ ਸ਼ਕਤੀ ਹੈ, ਤੇ ਇਹ ਸਵਈਏ ਜਿਹੜੇ ਤਿਆਗ ਹੈ। ਚੌਪਈ ਸਾਹਿਬ ਅਰਦਾਸ ਹੈ, ਆਨੰਦ ਸਾਹਿਬ ਵਿਰਾਗ ਹੈ। ਜੇ ਤੁਸੀਂ ਪੰਜ ਬਾਣੀਆਂ ਰੋਜ਼ ਪੜ੍ਹੋਗੇ ਨਾ ਨੇਮ ਨਾਲ, ਤੁਹਾਡੇ ਵਿੱਚ ਪੰਜ ਸ਼ਕਤੀਆਂ ਦਾ ਪ੍ਰਵੇਸ਼ ਹੋਏਗਾ। ਤੁਹਾਡੀ ਅਰਦਾਸ ਪ੍ਰਵਾਨ ਹੋਵੇਗੀ, ਤੁਹਾਨੂੰ ਅਰਦਾਸ ਕਰਨ ਦਾ ਢੰਗ ਆ ਜਾਏਗਾ। ਜੇ ਜਾਪ ਸਾਹਿਬ ਪੜ੍ਹੋਗੇ ਤੁਸੀਂ ਸੂਰਬੀਰ ਜੋਸ਼ ਵਾਲੇ, ਅੰਦਰ ਵਿਲ ਪਾਵਰ ਆਏਗੀ। ਜਪਜੀ ਸਾਹਿਬ ਪੜ੍ਹੋਗੇ ਤੇ ਭਗਤੀ ਮਿਲੇਗੀ। ਸਵਈਏ ਪੜ੍ਹੋਗੇ ਤੇ ਤਿਆਗ ਹੋਏਗਾ, ਤਿਆਗ। ਆਨੰਦ ਸਾਹਿਬ ਦੇ ਵਿੱਚ ਵਿਰਾਗ ਪੈਦਾ ਹੋਏਗਾ। ਪਾਠੀ ਸਿੰਘ ਰੌਲ ਤੋਂ ਪਹਿਲੋਂ ਆਣ ਕੇ ਦੀਵਾਨ 'ਚ ਬੈਠਣ, ਰੌਲ ਤੋਂ ਬਾਅਦ ਵੀ ਬਹਿ ਜਾਣ ਘੰਟਾ ਕੁ। ਇੱਥੇ ਬਖਸ਼ਿਸ਼ ਮਿਲਦੀ, ਨਾਲ ਭਗਤੀ ਬਣ ਜਾਂਦੀ ਹੈ। ਪਿੰਡਾਂ ਪਿੰਡਾਂ 'ਚ ਇਹਨਾਂ ਨੇ ਵਰਤਣਾ ਹੈ। ਪਾਠੀ ਸਿੰਘ ਚਾਹੇ ਤੇ ਸਾਰੇ ਪਿੰਡ ਨੂੰ ਦੇਵਤਾ ਬਣਾ ਦੇਵੇ। ਜੇ ਪਾਠੀ ਸਿੰਘ ਕੋਈ ਗੁਰਮੁਖ ਮਿਲ ਜੇ ਨਾ ਪਿੰਡ 'ਚ, ਸਾਰਿਆਂ ਨੂੰ ਅੰਮ੍ਰਿਤ ਛਕਾ ਦਿੰਦਾ ਹੈ, ਨਿਤਨੇਮ ਕਰਨ ਲਾ ਦਿੰਦਾ ਹੈ। ਬਾਬਾ ਜੀ ਕਹਿੰਦੇ ਸੀ ਇੱਕ ਇੱਕ ਪਾਠੀ ਸਿੰਘ ਉਹਦਾ ਤਾਂ ਭਾਰ ਉਤਰਦਾ ਹੈ। ਘੱਟ ਤੋਂ ਘੱਟ 13 ਪਾਠੀ ਸਿੰਘ ਪੂਰੇ ਬਣਾ ਦੇਵੇ, ਜਿਨ੍ਹਾਂ ਨੂੰ ਪੂਰੀ ਸੰਥਿਆ ਕਰਾਏ। ਫਿਰ ਕਈਆਂ ਨੇ ਬਚਨ ਮੰਨਿਆ, ਕਈਆਂ ਨੇ ਨਾ ਮੰਨਿਆ, ਕਿ ਪਾਠੀ ਸਿੰਘਾਂ ਨੇ ਪਾਠੀ ਜ਼ਰੂਰ ਤਿਆਰ ਕਰਨੇ ਆ। ਬਾਬਾ ਈਸ਼ਰ ਸਿੰਘ ਨੇ ਬਚਨ ਲਾਤਾ ਕਿ ਸਾਰੇ ਪਾਠੀ ਸਿੰਘ ਹੋਰ ਪਾਠੀ ਤਿਆਰ ਕਰੋ। ਘੱਟ ਤੋਂ ਘੱਟ 13, 26, 13 ਦਾ ਪਹਾੜਾ ਹੈ, 39 ਪਾਠੀ ਤਿਆਰ ਕਰ ਦਿਓ, 52 ਕਰ ਦਿਓ। ਇੱਕ ਮੁਕਤਸਰ ਦਾ ਗੁਰਮੁਖ ਪਿਆਰਾ ਸੀ, ਫਿਰ ਉਹਨੇ ਬਚਨ ਮੰਨਿਆ, ਉਹਨੇ 52 ਪਾਠੀ ਤਿਆਰ ਕੀਤੇ ਤੇ ਸਾਰਿਆਂ ਨੂੰ ਕਿਹਾ ਭਾਈ ਨਾਨਕਸਰ ਬਰਸੀ ਤੇ ਜ਼ਰੂਰ ਜਾਣਾ ਜੇ। ਮੇਰੀ ਭੇਟਾ ਇਹ ਆ ਕਿ ਮਹਾਂਪੁਰਸ਼ਾਂ ਕੋਲ ਮੈਨੂੰ ਦਾਤ ਮਿਲੀ ਸੀ, ਪਾਠੀ ਸਿੰਘ ਤਿਆਰ ਕਰ। ਉਹ ਮੁਕਤਸਰ ਵਾਲੇ ਪਾਠੀ ਸਿੰਘ ਨੇ 52 ਪਾਠੀ ਤਿਆਰ ਕਰਤੇ। ਸਾਰੇ ਫਿਰ ਉਹਦੇ ਨਾਲ ਇੱਥੇ ਨਾਨਕਸਰ ਬਰਸੀ 'ਤੇ ਆਉਂਦੇ ਹੁੰਦੇ ਸੀ। ਸਾਰੇ ਕਹਿੰਦੇ ਆਪਾਂ ਸਾਲ ਪਾਠ ਹੀ ਕਰੀ ਜਾਣੇ ਆ, ਕੋਈ ਇੱਕ ਪਾਠ ਤਾਂ ਕਰ ਲਈਏ ਮਹਾਂਪੁਰਸ਼ਾਂ ਦੇ ਪਿਆਰ ਵਿੱਚ। ਕਹਿੰਦੇ ਬੇੜਾ ਭਾਵੇਂ ਸਾਰਾ ਪਾਣੀ 'ਚ ਗਰਕਿਆ ਹੋਇਆ ਹੈ, ਹੱਥ ਕੋ ਉੱਤੇ ਰਹਿ ਜਾਏਗਾ ਤੇ ਬੇੜਾ ਪਾਰ ਹੋ ਜਾਏਗਾ। ਭੇਟਾ ਲਵੋ, ਪਾਠ ਕਰੋ, ਪੂਜਾ ਲਵੋ, ਬਸਤਰ ਲਵੋ, ਪਰ ਬਾਬਾ ਜੀ ਦੇ ਘਰ ਵਿੱਚ ਆਣ ਕੇ ਦਿਓ। ਨਾਲ ਦਸਵੰਧ ਰੱਖੋ, ਨਾਲ ਰੌਲਾ ਲਾਓ ਬਰਸੀ ਦੇ ਵਿੱਚ। ਥੋੜ੍ਹਾ ਜਿਹਾ ਹੱਥ ਕੋ 2-4 ਉਂਗਲਾਂ ਵੀ ਉੱਤੇ ਬੇੜਾ ਰਿਹਾ ਨਾ ਤੇ ਬੇੜਾ ਤਰ ਜਾਏਗਾ। ਇਹ ਹੁਕਮ ਹੈ, ਬਿਹੰਗਮਾਂ ਨੂੰ ਵੀ ਹੁਕਮ ਹੈ। ਐਸੇ ਬਿਹੰਗਮ ਨੇ ਜਿਨ੍ਹਾਂ ਨੇ ਕਦੀ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ, ਪੰਜ ਬਾਣੀਆਂ ਨਹੀਂ ਕੀਤੀਆਂ, ਰਹਿ ਰਾਸ ਨਹੀਂ ਕੀਤੀ, ਕੀਰਤਨ ਸੋਹਲਾ ਨਹੀਂ ਕੀਤਾ। ਬਾਬਾ ਜੀ ਨੇ ਬਿਹੰਗਮਾਂ ਦੀ ਡਿਊਟੀ ਲਾਈ ਵੀ ਤੁਸੀਂ ਠਾਠਾਂ ਵਿੱਚ ਸੇਵਾ ਨਿਭਾਓ, ਤੁਹਾਡੀ ਸੁਭਾਵਕ ਭਗਤੀ ਹੋ ਜਾਏਗੀ। 5 ਵਾਰੀ ਗੁਰੂ ਸਾਹਿਬ ਨੂੰ ਭੋਗ ਲੱਗਦਾ ਹੈ ਪ੍ਰਸ਼ਾਦੇ ਦਾ ਅਤੇ ਦੁੱਧ ਚਾਹ ਦਾ। 5 ਤਾਂ ਇਹ ਜਪਜੀ ਸਾਹਿਬ ਦੇ ਪਾਠ ਹੋ ਗਏ, ਕਿਉਂਕਿ ਜਦੋਂ ਭੋਗ ਲਾਉਣਾ ਹੈ ਉਦੋਂ ਜਪਜੀ ਸਾਹਿਬ ਦਾ ਪਾਠ ਕਰ ਲੈਣਾ। ਜਦੋਂ ਭੋਗ ਲਾਉਣਾ ਹੈ ਉਦੋਂ ਜਪਜੀ, ਇੱਕ ਪਾਠ ਜਪਜੀ ਸਾਹਿਬ ਦਾ ਇਸ਼ਨਾਨ ਕਰਦਿਆਂ ਕਰਦਿਆਂ ਕਰ ਲਵੋ। ਦੂਸਰਾ ਪਾਠ ਗੁਰੂ ਸਾਹਿਬ ਨੂੰ ਸੁਣਾ ਕੇ ਕਰੋ ਅੰਮ੍ਰਿਤ ਵੇਲੇ। ਗੁਰੂ ਸਾਹਿਬ ਦੀ ਹਜ਼ੂਰੀ ਸ਼ੁਰੂਆਤ ਕਰਨੀ ਹੈ। ਜਿੱਥੇ ਰਹਿ ਰਾਸ ਅਸੀਂ ਬੋਲ ਕੇ ਕਰਨੀ ਹੈ ਨਾ, ਉੱਥੇ ਸਾਨੂੰ ਬਾਬਾ ਕੁੰਦਨ ਸਿੰਘ ਨੇ ਸਮਾਧ ਦਿੱਤੀ ਸੀ ਕਿ ਜਪਜੀ ਸਾਹਿਬ ਸ਼ਬਦ ਹਜ਼ਾਰੇ ਗੁਰੂ ਸਾਹਿਬ ਦੇ ਕੋਲ ਬੋਲ ਕੇ ਕਰਨੇ ਆ।
ਰਹਿ ਰਾਸ ਦੇ ਕੀਰਤਨ ਸੁਲਾ ਮਹਾਰਾਜ ਨੂੰ ਸੁਣਾਉਣਾ ਹੈ, ਬੋਲ ਕੇ ਕਰਨਾ ਹੈ, ਗੁਰੂ ਸਾਹਿਬ ਦੀ ਹਜ਼ੂਰੀ ਕਰਨਾ ਹੈ। ਸਾਡੇ ਗੁਰੂਆਂ ਨੇ ਬਚਨ ਕਹੇ, ਅਸੀਂ ਕੋਸ਼ਿਸ਼ ਕੀਤੀ ਵੀ ਅਸੀਂ ਬੰਨ੍ਹ ਲਈਏ ਪੱਲੇ, ਤੇ ਸਾਡੇ ਤੋਂ ਮਿਹਰ ਕਰਕੇ ਉਹ ਸੇਵਾ ਲੈ ਲੈਣ। ਪਹਿਲਾ ਜਪਜੀ ਸਾਹਿਬ ਕਰ ਲਿਆ ਇਸ਼ਨਾਨ ਕਰਦਿਆਂ, ਦੂਜਾ ਜਪਜੀ ਸਾਹਿਬ ਕਰ ਲਿਆ ਗੁਰੂ ਸਾਹਿਬ ਨੂੰ ਸੁਣਾ ਕੇ, ਤੀਜਾ ਜਪਜੀ ਸਾਹਿਬ ਕਰ ਲਿਆ ਆਪਾਂ ਜਦੋਂ ਸਵੇਰੇ ਦੁੱਧ ਦਾ ਭੋਗ ਲਵਾਇਆ ਉਦੋਂ ਬਾਹਰ ਬੈਠ ਕੇ ਕਰ ਲਿਆ, ਚੌਥਾ ਜਪਜੀ ਸਾਹਿਬ ਕਰ ਲਿਆ ਜਦੋਂ ਪ੍ਰਸ਼ਾਦੇ ਦਾ ਭੋਗ ਲਵਾਇਆ, ਪੰਜਵਾਂ ਦੁਪਹਿਰੇ ਭੋਗ ਲਵਾਉਣ ਵੇਲੇ ਕਰ ਲਿਆ। ਬੇਬਿਹੰਗਮਾਂ ਦੀ ਸੇਵਾ ਨੇ। ਛੇਵਾਂ ਸ਼ਾਮੀ ਰਹਿ ਰਾਤ ਸੇਵਾ ਵੇਲੇ ਜਪਜੀ ਸਾਹਿਬ ਕਰ ਲਈ। ਰਹਿ ਰਾਤ ਸਵੇਰੇ ਆਪਣੇ ਗੁਰੂ ਸਾਹਿਬ ਪ੍ਰਕਾਸ਼ ਕਰਦਿਆਂ ਕਰਦਿਆਂ ਜਪਜੀ ਸਾਹਿਬ ਕਰੀ ਜਾਓ, ਬਿਰਾਜਮਾਨ ਕਰਦਿਆਂ ਕਰਦਿਆਂ ਜਪਜੀ ਸਾਹਿਬ ਕਰੀ ਜਾਓ। 2 ਟਾਈਮ ਪ੍ਰਕਾਸ਼ ਕਰਨਾ ਦਾ, 2 ਟਾਈਮ ਬਿਰਾਜਮਾਨ, 4 ਜਪਜੀ ਸਾਹਿਬ ਇਹ ਹੋ ਗਏ, 3 ਪ੍ਰਸ਼ਾਦੇ ਨਾਲ ਹੋ ਗਏ, 2 ਦੁੱਧ ਨਾਲ ਹੋ ਗਏ, 7 ਤੇ ਜਪਜੀ ਸਾਹਿਬ ਦੇ ਉਸ ਤਰ੍ਹਾਂ ਕੋਈ ਕਹੇ ਮੈਂ 10-12 ਪਾਠ ਕਰਾਂਗਾ, ਨਹੀਂ ਹੋਣੇ। ਇੱਕ ਇੱਕ ਕਰਦਿਆਂ ਬਹਾਨੇ ਦੇ ਨਾਲ ਕਰੀ ਜਾਵੋ ਕਰੀ ਜਾਵੋ। ਮਹਾਂਪੁਰਸ਼ ਕਹਿੰਦੇ ਸੀ ਤੈਨੂੰ ਬੰਦਗੀ ਕਰਨੀ ਕੋਈ ਔਖੀ ਨਹੀਂ, ਤੂੰ ਸੁਭਾਅ ਬਣਾ ਲਾ। ਚੋਲਾ ਫੜਿਆ ਹੈ ਵਾਹਿਗੁਰੂ, ਚੋਲਾ ਉਤਾਰਿਆ ਹੈ ਵਾਹਿਗੁਰੂ, ਇਸ਼ਨਾਨ ਕਰਨ ਲੱਗਾ ਹੈ ਵਾਹਿਗੁਰੂ, ਪਾਣੀ ਪਾਉਣ ਲੱਗਾ ਹੈ ਵਾਹਿਗੁਰੂ, ਕੋਈ ਪ੍ਰਸ਼ਾਦਾ ਪਾਣੀ ਖਾਣ ਲੱਗਾ ਹੈ ਵਾਹਿਗੁਰੂ, ਕਿਸੇ ਨੂੰ ਪੁੱਛਿਆ ਵੀ ਚਾਹ ਲਿਆਵਾਂ ਵਾਹਿਗੁਰੂ ਜੀ, ਪ੍ਰਸ਼ਾਦਾ ਲਿਆਵਾਂ ਵਾਹਿਗੁਰੂ ਜੀ, ਕੀ ਸੇਵਾ ਕਰੀਏ ਤੁਹਾਡੀ ਵਾਹਿਗੁਰੂ ਜੀ। ਆਦਤ ਬਣਾ ਲਓ, ਆਦਤ, ਤੇ ਤੁਹਾਡਾ ਸਾਰਾ ਦਿਨ ਦਾ ਵਾਹਿਗੁਰੂ ਦਾ ਸਿਮਰਨ ਹੋ ਜਾਏਗਾ। ਜੁਗਤੀਆਂ ਨੇ ਮਹਾਂਪੁਰਖਾਂ ਦੀਆਂ ਕਿ ਹਰ ਚੀਜ਼ ਵਾਹਿਗੁਰੂ ਜੀ ਨਾਲ ਗੱਲ ਕਰੋ, ਤੇ ਨਾਲੇ ਜਿਸ ਗੱਲਾਂ ਵਿੱਚ ਵਾਹਿਗੁਰੂ ਜੀ ਸ਼ਾਮਲ ਹੋ ਜਾਏਗਾ ਨਾ, ਉਹ ਕੰਮਾਂ 'ਚ ਧੋਖਾ ਨਹੀਂ ਰਹੇਗਾ। ਧੋਖੇ ਚੱਕੇ ਜਾਂਦੇ ਆ। ਸਾਡੇ ਵਰਗੇ ਜਿਹੜੇ ਭੁੱਲੜ ਜੀਵ ਬੰਦਗੀ ਨਹੀਂ ਕਰ ਸਕਦੇ, ਨਾਮ ਨਹੀਂ ਜਪ ਸਕਦੇ, ਉਹਨਾਂ ਤੋਂ ਮਹਾਂਪੁਰਖ ਜੁਗਤੀਆਂ ਨਾਲ ਇਹ 3 ਚੀਜ਼ਾਂ ਨੇ। ਮੁਕਤ, ਸੰਸਾਰ ਤੋਂ ਮੁਕਤ ਹੋ ਜਾਣਾ। ਭੁਗਤ, ਜੋ ਸੰਸਾਰ 'ਚ ਅਸੀਂ ਭੋਗਣਾ ਹੈ, ਭੁਗਤਾਉਣਾ ਹੈ, ਜਿਨ੍ਹਾਂ ਨੂੰ ਖਾਣਾ ਪੀਣਾ ਮਿਲਣਾ ਚੱਲਣਾ ਸਾਰਾ ਭੁਗਤਾਨ ਹੀ। ਮੁਕਤ ਭੁਗਤ ਜੁਗਤ ਤੇਰੀ ਸੇਵਾ। ਤੇ ਜੁਗਤੀਆਂ ਆ ਜਾਂਦੀਆਂ ਨੇ ਬਾਬਾ ਜੀ ਦੇ ਨਾਮ ਜਪਦਿਆਂ ਸੇਵਾ ਕਰਦਿਆਂ, ਫਿਰ ਜੁਗਤੀ ਨਾਲ ਹੀ ਪਾਠੀ ਬਣ ਜਾਂਦੇ ਆ, ਜੁਗਤੀ ਨਾਲ ਹੀ ਪਰਿਵਾਰ ਗੁਰਸਿੱਖ ਬਣ ਜਾਂਦਾ, ਜੁਗਤੀ ਨਾਲ ਹੀ ਪਿੰਡ ਵਾਲਿਆਂ ਨੂੰ ਮਗਰ ਲਾ ਲਈਦਾ, ਸਾਰਿਆਂ ਤੋਂ ਸਿਮਰਨ ਕਰਾਉਣ ਲਾ ਲਈਦਾ। ਇਹ ਜੁਗਤੀ ਮਹਾਂਪੁਰਖ ਸਿਖਾਉਂਦੇ ਨੇ ਜਿਨ੍ਹਾਂ ਕੋਲ। ਕਹਿੰਦੇ ਨੇ ਜੁਗਤ ਇਹੋ ਜਿਹੀ ਚੀਜ਼ ਹੈ, ਭਾਵੇਂ ਸਾਰੇ ਨਰਕ ਖਾਲੀ ਕਰ ਦਿਓ। ਕਹਿੰਦੇ ਨਾ ਜੁਗਾੜ ਫਿੱਟ ਕਰ ਲਿਆ, ਫਲਾਣੇ ਨੇ ਜੁਗਾੜ ਫਿੱਟ ਕਰਤਾ, ਰਾਜੇ ਜਨਕ ਨੇ ਜੁਗਾੜ ਫਿੱਟ ਕਰਤਾ। ਮੁਕਤ ਜੁਗਤ ਨਾਵੇਂ ਕੀ ਦਾਸੀ। ਜੁਗਤੀ ਨਾਲ ਨਰਕ ਹੀ ਠੰਡੇ ਕਰਤੇ, ਖਾਲੀ ਕਰਤੇ, ਜ਼ੋਰ ਕੋਈ ਨਹੀਂ ਲੱਗਿਆ। ਜੁਗਤ ਨਾਲ ਨਰਕ ਖਾਲੀ ਹੋ ਗਏ। ਇੱਥੋਂ ਸੇਵਾ ਸਿਮਰਨ ਵਿੱਚੋਂ ਮੁਕਤ ਭੁਗਤ ਜੁਗਤ ਸਾਰੇ ਭੁਗਤਾਨ ਭੁਗਤੇ ਜਾਣਗੇ। ਜਿਹੜੇ ਤੁਹਾਡੇ ਲੈਣੇ ਦੇਣੇ ਸਭ ਉਤਰ ਜਾਣਗੇ। ਮੁਕਤੀ ਤੁਸੀਂ ਪਾਲੋਗੇ, ਕੋਈ ਵੀ ਚੀਜ਼ ਤੁਹਾਨੂੰ ਚੰਬੜੀ ਨਹੀਂ,
ਅਖੀਰ ਤੇ ਬਿਲਕੁਲ ਮੁਕਤ ਹੋ ਕੇ ਦਰਗਾਹ ਨੂੰ ਗਏ ਜੀ। ਸਭ ਤੋਂ ਛੁਟਕਾਰਾ ਪਾ ਲਿਆ। ਇਹ ਸਾਧੂਆਂ ਦੀ ਸੰਗਤ ਹੈ, ਮਹਾਂਪੁਰਸ਼ਾਂ ਦੀ ਸੰਗਤ ਹੈ। ਇੱਥੇ ਤਾਂ ਮੁਕਤੀਆਂ ਜੁਗਤੀਆਂ ਸੇਵਾਦਾਰਨੀਆਂ ਨੇ। ਜੁਗਤ ਬਣਾ ਲਓ ਕਿ ਮੈਂ ਇਸ ਵਕਤ ਪਾਠ ਕਰਨਾ ਜਪਜੀ ਸਾਹਿਬ ਦਾ, ਇਸ ਵਕਤ ਕਰਨਾ ਬਹਾਨੇ ਨਾਲ, ਇੰਨੀਆਂ ਮਾਲਾ ਕਰ ਲੈਣੀਆਂ ਬਹਾਨੇ ਨਾਲ ਬੈਠੇ ਬੈਠੇ, ਇੰਨੇ ਵਾਹਿਗੁਰੂ ਦਾ ਸਿਮਰਨ ਕਰ ਲੈਣਾ ਹੈ। ਉਹਨੂੰ ਬਹੁਤ ਔਖਾ ਨਹੀਂ ਹੁੰਦਾ ਕਿ 10 ਮਿੰਟ ਬਹਿ ਗਏ ਆ, ਭੋਗ ਲਵਾਇਆ ਪ੍ਰਸ਼ਾਦੇ ਦਾ, ਦੁੱਧ ਚਾਹ ਦਾ ਭੋਗ ਲਵਾਇਆ, ਗੁਰੂ ਸਾਹਿਬ ਪ੍ਰਕਾਸ਼ ਕੀਤੇ ਆ, ਬਿਰਾਜਮਾਨ ਕੀਤੇ ਆ, ਨਾਲ ਜੁਗਤੀ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰ ਲਿਆ। ਦੇਗ ਵਾਲੇ ਨੂੰ ਹੁਕਮ ਹੈ ਵੀ ਤੂੰ ਦੇਗ ਬਣਾ, ਨਾਲ ਜਪਜੀ ਸਾਹਿਬ ਦਾ ਪਾਠ ਪੂਰਾ ਕਰ ਲਾ। ਨਾਲੇ ਤਾਂ ਦੇਗ ਦੀ ਮਰਜ਼ਾਦਾ ਹੋ ਗਈ, ਨਾਲੇ ਤੇਰਾ ਜਪਜੀ ਸਾਹਿਬ ਦਾ ਪਾਠ ਹੋ ਗਿਆ। ਅੰਮ੍ਰਿਤ ਕਿਵੇਂ ਤਿਆਰ ਕਰਦੇ ਆ? ਅੰਮ੍ਰਿਤ 'ਚ ਕੀ ਚੀਜ਼ ਪਾਉਂਦੇ ਆ? ਬਸ ਆਹ ਹੀ ਪਾਉਂਦੇ ਆ। ਇੱਕ ਸਿੰਘ ਜਪਜੀ ਸਾਹਿਬ ਪੜ੍ਹਦਾ ਹੈ ਅੰਮ੍ਰਿਤ ਦੇ ਉੱਤੇ, ਦੂਜਾ ਜਾਪ ਸਾਹਿਬ ਪੜ੍ਹਦਾ ਉਸ ਪਾਣੀ ਦੇ ਉੱਤੇ, ਪਤਾਸੇ ਪਾ ਕੇ ਘੋਲਦੇ ਆ ਵਿੱਚ, ਤੀਸਰਾ ਸਵਈਏ ਪੜ੍ਹਦਾ ਹੈ, ਚੌਪਈ ਸਾਹਿਬ ਪੜ੍ਹਦਾ ਹੈ, ਚੌਥਾ ਪੰਜਵਾਂ ਆਨੰਦ ਸਾਹਿਬ। ਪੰਜੇ ਪਿਆਰੇ 5 ਬਾਣੀਆਂ ਪੜ੍ਹਦੇ ਨੇ ਉੱਤੇ, ਨਾਲ ਪਤਾਸੇ ਘੋਲੀ ਜਾਂਦੇ ਆ ਖੰਡੇ ਦੇ ਨਾਲ, ਤੇ ਉਹ ਅੰਮ੍ਰਿਤ ਤਿਆਰ ਹੋ ਜਾਂਦਾ ਹੈ। ਇਸ ਕਰਕੇ ਜਿਸ ਚੀਜ਼ ਦੇ ਉੱਤੇ ਅਸੀਂ ਬਾਣੀ ਪੜ੍ਹ ਦਿਆਂਗੇ ਨਾ, ਦੇਗ ਦੇ ਉੱਤੇ ਜਪਜੀ ਸਾਹਿਬ ਕਈ ਆਨੰਦ ਸਾਹਿਬ ਵੀ ਕਰਦੇ ਆ ਪੂਰਾ, ਫਿਰ ਉਹ ਆਣ ਕੇ ਕਰਦੇ ਆ ਦੇਗ ਪਵਿੱਤਰ ਹੋਣ ਤੋਂ ਬਾਅਦ। 2 ਬਾਣੀਆਂ ਦੇਗ ਦੇ ਨਾਲ ਬਹੁਤ ਜ਼ਰੂਰੀ ਨੇ ਕਿ ਦੇਗ ਤਿਆਰ ਕਰਦਿਆਂ ਜਪਜੀ ਸਾਹਿਬ ਕਰੋ। ਜਦੋਂ ਤਿਆਰ ਹੋ ਕੇ ਗੁਰੂ ਸਾਹਿਬ ਦੀ ਹਜ਼ੂਰੀ ਆ ਜਾਏ ਤੇ ਪੂਰਾ ਆਨੰਦ ਸਾਹਿਬ ਦਾ ਪਾਠ ਕਰੋ। ਉਹ ਔਖਾ ਕੋਈ ਨਹੀਂ ਲੱਗਦਾ, ਪਤਾ ਵੀ ਹੁਣੇ ਛੁਟਕਾਰਾ ਹੋ ਜਾਣਾ। ਜਿੱਥੇ ਹੋ ਜੇ ਮੈਂ 4 ਘੰਟੇ ਬਹਿਣਾ, 2.5 ਘੰਟੇ ਬਹਿਣਾ, ਉੱਥੇ ਸਰੀਰ ਰੁਖਿਆ ਹੀ ਮੰਨਦਾ। ਇਹਨੂੰ ਵੀ ਮਨਾ ਲੈਣਾ ਸਮਝੌਤੇ ਨਾਲ ਕਿ ਬਸ ਹੁਣ ਆ ਜਪਜੀ ਸਾਹਿਬ ਦਾ 5 ਮਿੰਟ ਪਾਠ ਕਰ ਲਾ, ਚੌਪਈ ਸਾਹਿਬ ਦਾ ਕਰ ਲਾ, ਆਨੰਦ ਸਾਹਿਬ ਦਾ ਪਾਠ ਕਰ ਲਾ। ਪੜ੍ਹੋ ਕਿੰਨਾ ਗੁਰੂ ਸਾਹਿਬ ਨੇ ਸੋਹਣਾ ਕਿਹਾ ਹੈ, ਪੜ੍ਹਦੇ ਸੁਣਦੇ ਹੋਏ ਪਨੀਤ, ਮੇਰੇ ਬਾਬਾ ਜੀ ਦੀ ਰੀਤ, ਜਿਨ੍ਹਾਂ ਕੀਤੀ ਬਾਣੀ ਨਾਲ ਪ੍ਰੀਤ। ਪੜ੍ਹੋ। ਸੁਣੇ ਸਿੱਧ ਪੀਰ ਸਰਨਾਥ, ਸੁਣੇ ਧਰ ਧਵਲੇ ਆਕਾਸ਼, ਦੀਪ ਲੋ ਪਤਾਲ, ਸੁਣੀਏ ਪੋਇ ਨਾ ਸਕੇ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁਖ ਪਾਪ ਕਾ ਨਾਸ। ਇਹ ਸਾਰਾ ਸ਼ਰਜ ਪੜ੍ਹਦੇ ਸੁਣਦੇ ਹੋਏ ਪਨੀਤ, ਮੇਰੇ ਸਤਿਗੁਰਾਂ ਦੀ ਰੀਤ, ਜਿਨ੍ਹਾਂ ਰਾਹੀ ਬਾਣੀ ਸੁਣੀਏ ਹੋਵੇ ਦੁਖ ਪਾਪ ਕਾ ਨਾਸ। ਸੁਣੀਏ ਬਾਣੀ ਪੜ੍ਹੀਏ ਹੋਵੇ ਦੁਖ ਪਾਪ ਕਾ ਨਾਸ। ਬਾਣੀ ਪੜ੍ਹੀਏ ਬਾਣੀ ਸੁਣੀਏ ਹੋਵੇ ਦੁਖ ਪਾਪ ਕਾ ਨਾਸ। ਬਾਣੀ ਪੜ੍ਹੀਏ ਬਾਣੀ ਸੁਣੀਏ ਹੋਵੇ ਦੁਖ ਪਾਪ ਕਾ ਨਾਸ। ਬਾਣੀ ਪੜ੍ਹੀਏ ਬਾਣੀ ਸੁਣੀਏ ਹੋਵੇ ਦੁਖ ਪਾਪ
का नाश बाणी पढ़िए बाणी सुनिए होवे दुख पाप का नाश बाणी पढ़िए बाणी सुनिए दुख पाप का नाश बानी पढ़िए बानी सुनिए दुख पाप का नाश बानी पढ़िए बानी सुनिए होवे दुख पाप का नाश बाणी पढ़िए बाणी सुनिए होवे दुख पाप का नाश बाणी पढ़िए बाणी सुनिए दुख पाप का अरे जब- नाश बानी पढ़िए बानी सुनिए होवे दुख पाप का नाश बानी पढ़िए बानी सुनिए पढ़दे सुनदे होए पनीत जिन्ना लाई राम नाल गए जन्म पदार्थ जीत बाणी पढ़िए बाणी पढ़ी जाऊं पाप का नाश बाणी पढ़िए बाणी सुनिए दुख पाप का नाश बाणी पढ़िए बाणी सुनिए सुनिए सत संतोख ज्ञान सुनिए बढ़िया कर चुकी का बढ़िया करो भुक्के डाल बोलते करो बाणी पौड़ियां ने सामने आउंदियां पीर सुरनाथ सुनिए धरत अवल आकाश सुनिए दीप लो पाताल सुनिए कोई न सके काल नानक भगता सदा विगास सुनिए दुख पाप का नाश बाणी पढ़िए बाणी सुनिए होवे दुख पाप का नाश बाणी पढ़िए बाणी सुनिए होवे दुख पाप का नाश बानी पढ़िए बानी सुनिए होवे दुख पाप का नाश बानी पढ़िए बानी सुनिए सुनिए ईश्वर बरमाइल्द सुनिए मुख सलाहण मद सुनिए जोग जुगत तन भेद सुनिए शास्त्र सिमरत वेद नानक भगता सदा विगास सुनिए दुख पाप का नाश बाणी पढ़िए बाणी सुनिए होवे दुख पाप का नाश बाणी पढ़िए बाणी सुनिए होवे दुख पाप का नाश बानी पढ़िए बानी सुनिए होवे दुख पाप का नाश बानी पढ़िए बानी ਇਹਦੇ 'ਚ ਗੁਰੂ ਸਾਹਿਬ ਨੇ ਸਮੱਤ ਦਿੱਤੀ ਸਾਨੂੰ ਆਦਤ ਹੈ ਵੀ ਪਾਸੇ ਭੱਜਣ ਦੀ ਕੋਈ ਸਰੀਰ ਨੂੰ ਡਰ ਡੂਰਾ ਪੈ ਗਿਆ ਤੇ ਭੂਤਾਂ ਵਾਲੇ ਕੋਲ ਭੱਜੋ ਸਰੀਰ 'ਚ ਕੋਈ ਦੁੱਖ ਸੁੱਖ ਆਇਆ ਤੇ ਡਾਕਟਰ ਪਿੱਛੇ ਭੱਜੋ ਹੋਰ ਕੋਈ ਗੱਲ ਹੋਈ ਤੇ ਥੋੜਾ ਕਰਨ ਵਾਸਤੇ ਭਾਜੋ ਕਿਸੇ ਕੋਲ ਕੋਈ ਧਾਗਾ ਧੁੱਗਾ ਲੈ ਲਵੋ ਕੋਈ ਯੰਤਰ ਮੰਤਰ ਗੁਰੂ ਸਾਹਿਬ ਨੇ ਕਿਹਾ ਤੈਨੂੰ ਨਹੀਂ ਯੰਤਰਾਂ ਮੰਤਰਾਂ ਦੀ ਲੋੜ ਜਾਦੂ ਟੂਣਿਆਂ ਦੀ ਲੋੜ ਨਹੀਂ ਤੇਰਾ ਤਾਂ ਡਾਕਟਰ ਵੀ ਗੁਰੂ ਬੈਠਾ ਹੈ ਬਹਾਨਾ ਆਪੇ ਬਣਾ ਦੇਣਗੇ ਮੈਨੂੰ ਦੱਸ ਛੱਡਤਾ ਮਹਾਂਪੁਰਸ਼ਾਂ ਨੇ ਬਹੁਤ ਦੂਰ ਹੈਗਾ ਸੀ ਮੈਂ ਛੋਟਾ ਤੇ ਠਾਠ 'ਚ ਹੈਗਾ ਵੀ ਇਕੱਲਾ ਸੀ 300 ਮੀਲ ਤੇ ਠਾਠ ਕਰਨਪੁਰ ਬੁਖਾਰ ਬਹੁਤ ਜ਼ਿਆਦਾ ਚੜ੍ਹ ਗਿਆ ਮਲੇਰੀਆ ਹੁਣ ਮੈਂ ਕਿਹਾ ਮੈਂ ਤਾਂ ਜਾਣਦਾ ਨਹੀਂ ਇੱਥੇ ਕਿਸੇ ਨੂੰ ਪਿੰਡ 'ਚ ਵੀ ਨਹੀਂ ਜਾਣਦਾ ਆਉਂਦਾ ਵੀ ਨਹੀਂ ਕੋਈ ਤੇ ਮੈਂ ਕਿਹਾ ਮੇਰਾ ਵੈਦ ਗੁਰੂ ਗੋਬਿੰਦਾ ਮੇਰਾ ਡਾਕਟਰ ਤਾਂ ਮੇਰਾ ਗੁਰੂ ਹੀ ਹੈ
ਮਨ ਜੁੜ ਗਿਆ ਆਪਣੇ ਗੁਰੂਆਂ ਨਾਲ, ਮਹਾਂਪੁਰਸ਼ਾਂ ਨਾਲ। ਬੇਗਾ ਸੀ ਇਕੱਲਾ ਤੇ ਬੈਠਾ ਸੀ 300 ਮੀਲ ਤੇ ਜਾ ਕੇ। ਗੁਰੂ ਸਾਹਿਬ ਸਾਡੇ ਕੋਲ ਨੇ ਗੁਰਦੁਆਰਿਆਂ 'ਚ। ਤੂੰ ਇੱਧਰ ਆ, ਕੋਈ ਦੁੱਖ ਹੈ, ਤਕਲੀਫ ਹੈ, ਕੋਈ ਤੈਨੂੰ ਡਰ ਭੈ ਪੈ ਗਿਆ, ਕੋਈ ਚਿੰਤਾ ਸਤਾਉਂਦੀ ਪਈ ਹੈ, ਸਾਰੇ ਬਾਬੇ ਕੋਲ ਇਲਾਜ ਹੈ ਗਿਆ। ਚਿੰਤਾ ਸਗਲ ਬਿਨਾਸੀ, ਭੈ ਨਹੀਂ ਰਹਿੰਦੇ। ਉਹਨਾਂ ਨੇ ਕਿਹਾ ਵੀ ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਤੇਰੇ ਸਿਰ ਤੇ ਮੱਥੇ ਦੀ ਰੱਖਿਆ ਕਰੇਗਾ ਪਾਰ ਬ੍ਰਹਮ। ਹਸਤ ਕਾਇਆ ਰੱਖਿਆ ਪਰਮੇਸ਼ਰ, ਤੇਰਾ ਹੱਥ ਤੇਰੇ ਸਰੀਰ ਦੀ ਰੱਖਿਆ ਕਰੇਗਾ ਪਰਮੇਸ਼ਰ। ਆਤਮ ਰੱਖਿਆ ਗੋਪਾਲ ਸੁਆਮੀ, ਜਿਹੜਾ ਆਤਮਾ ਹੈ, ਜਿਹੜਾ ਸਾਰੇ ਸੰਸਾਰ ਦਾ ਪਾਲਣਹਾਰ ਹੈ ਗੋਪਾਲ, ਉਹ ਤੇਰੀ ਆਤਮਾ ਦੀ ਰੱਖਿਆ ਕਰ ਲਵੇਗਾ। ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰੇ। ਤੇਰਾ ਧਨ, ਤੇਰਾ ਚਰਨ, ਤੇਰੀ ਸਭ ਪਾਸੇ ਰੱਖਿਆ ਕਰਨ ਵਾਲਾ ਜਗਦੀਸ਼ਰ ਹੈ। ਸਰਬ ਰੱਖਿਆ ਗੁਰੂ ਦਿਆਲੇ, ਗੁਰੂ ਤੇਰਾ ਸਾਰੀਆਂ ਰੱਖਿਆ ਕਰਨ ਨੂੰ ਸਮਰੱਥ ਹੈ। ਭੈ ਦੁੱਖ ਵਿਨਾਸਨੇ, ਤੇਰੇ ਡਰ ਵੀ ਉਤਰ ਗਏ, ਤੇਰੇ ਦੁੱਖ ਵੀ ਖਤਮ ਹੋ ਗਏ। ਭਗਤ ਵਛੜ ਨਾਥ ਨਾਥੇ ਸਰਨ ਨਾਨਕ ਪੁਰਖ ਚੁਤਿਓ। ਸਾਰੇ ਇਲਾਜ ਤੇਰੀ ਪਰੇਸ਼ਾਨੀਆਂ ਦੇ, ਤੇਰੀਆਂ ਬਿਮਾਰੀਆਂ ਦੇ, ਤੈਨੂੰ ਨੀਂਦਰ ਨਾ ਆਉਣ ਦੇ, ਤੇਰੀ ਘਬਰਾਹਟ ਦੇ, ਸਾਰੇ ਤੇਰੇ ਗੁਰੂ ਕੋਲ ਹੈਗੇ ਨੇ। ਜਾ ਕੇ ਬਾਣੀ ਦੀ ਕੈਸਟ ਲਾ ਲਾ ਜਾਂ ਜਪਣਾ ਸ਼ੁਰੂ ਕਰ ਦੇ। ਬਾਬੇ ਦੇ ਕੋਲ ਢਹਿ ਜਾ ਕੇ ਡਿੱਗ ਪੋ, ਤੇਰਾ ਇਲਾਜ ਮਾਲਕ ਕਰ ਦੇਵੇਗਾ, ਬਹਾਨਾ ਬਣ ਜਾਏਗਾ। ਮਲੇਰੀਆ ਹੋ ਗਿਆ ਬਹੁਤ ਜ਼ਿਆਦਾ, ਸਰੀਰ ਬੜਾ ਕੰਬੇ। ਮੈਂ ਜਾਣਦਾ ਕਿਸੇ ਨੂੰ ਨਹੀਂ ਸੀ, ਜਿਹਨੂੰ ਮੈਂ ਜਾਣਦਾ ਸੀ ਆਪਣੇ ਮਾਲਕ ਨੂੰ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਅੱਗੇ ਆ ਕੇ ਬਹਿ ਗਿਆ, ਸਿਰ ਗੋਡਿਆਂ 'ਚ ਸਿੱਟ ਕੇ। ਇੱਕ ਬੰਦੇ ਨੇ ਨਾ ਖਿੜਕੀ ਦੇ ਵਿੱਚੋਂ ਸਾਈਕਲ ਅੰਦਰ ਵਾੜਿਆ, ਗੇਟ ਬੰਦ ਹੁੰਦਾ ਸੀ, ਕੋਈ ਸੰਗਤ ਨਹੀਂ ਆਉਂਦੀ ਸੀ। ਵੱਡੇ ਗੇਟ 'ਚ ਇੱਕ ਖਿੜਕੀ ਸੀ, ਖਿੜਕੀ ਵੇਚਦੀ ਉਹਨੇ ਸਾਈਕਲ ਅੰਦਰ ਕੀਤਾ। ਸਾਈਕਲ ਖਿਲਾਰ ਕੇ ਮੇਰੇ ਕੋਲ ਆ ਗਿਆ, ਭਾਈ ਜੀ ਗਿਆਨੀ ਜੀ ਬੜੇ ਸੁਸਤ ਬੈਠੇ ਜੇ, ਕੀ ਗੱਲ ਹੈ? ਮੈਂ ਕਿਹਾ ਜੀ ਬੁਖਾਰ ਬਹੁਤ ਜ਼ਿਆਦਾ ਚੜ੍ਹ ਗਿਆ ਹੈ ਤੇ ਉਤਰਨ ਦਾ ਨਾਂ ਨਹੀਂ ਲੈਂਦਾ, ਮਲੇਰੀਆ ਹੋ ਗਿਆ ਹੈ। ਕਹਿੰਦਾ ਘਬਰਾਓ ਨਾ, ਮੈਂ ਮਲੇਰੀਏ ਦਾ ਡਾਕਟਰ ਹੀ ਹਾਂ, ਮੈਂ ਮਲੇਰੀਏ ਦਾ ਡਾਕਟਰ ਹਾਂ, ਮੇਰੀ ਇਸ ਇਲਾਕੇ 'ਚ ਡਿਊਟੀ ਲੱਗੀ ਹੋਈ ਹੈ। ਮੈਂ ਕਿਹਾ ਜੀ ਮੈਨੂੰ ਇੱਥੇ 6 ਮਹੀਨੇ ਹੋ ਗਏ ਰਹਿੰਦਿਆਂ ਨੂੰ, ਮੈਂ ਤੁਹਾਨੂੰ ਕਦੀ ਵੇਖਿਆ ਨਹੀਂ, ਤੁਸੀਂ ਕਦੀ ਆਏ ਨਹੀਂ। ਕਹਿੰਦਾ ਜਿਹੜਾ ਪਹਿਲੋਂ ਇੱਥੇ ਸੰਤ ਸੀ ਨਾ ਕਿਰਪਾਲ ਸਿੰਘ, ਉਹਦੀ ਤੇ ਮੇਰੀ ਲੜਾਈ ਹੋ ਗਈ ਸੀ, ਜਿਹਨੇ ਬਾਬਾ ਜੀ ਨੂੰ ਠਾੜ ਦਿੱਤਾ। ਤੇ ਮੈਂ ਕਸਮ ਪਾਲੀ ਸੀ ਵੀ ਗੁਰਦੁਆਰੇ 'ਚ ਨਹੀਂ ਜਾਣਾ। ਤੇ ਮੈਂ ਪਿੰਡ ਮੇਰਾ ਖਰਲਾ ਹੈ, ਡਿਊਟੀ ਮੇਰੀ 54 ਪਿੰਡਾਂ ਵਿੱਚ ਮਲੇਰੀਏ ਦਾ ਡਾਕਟਰ ਹਾਂ। ਉਦੋਂ ਹੁਣ ਵੀ ਹੋਣਗੇ, ਉਦੋਂ ਡਾਕਟਰ ਦੀ ਸਹੂਲਤ ਰੱਖੀ ਹੋਈ ਸੀ ਸਰਕਾਰ ਨੇ। ਮਲੇਰੀਆ ਬਹੁਤ ਹੁੰਦਾ ਸੀ ਤੇ ਜਾਂ ਬਿਮਾਰੀਆਂ, ਇੱਕ ਡਾਕਟਰ ਜਿਹੜਾ ਉਸ ਇਲਾਕੇ 'ਚ ਭੇਜਦੇ ਸੀ, 5-7 ਪਿੰਡਾਂ ਨੂੰ ਕਾਬੂ ਕਰਦਾ ਸੀ। ਉਹ ਦਵਾਈਆਂ ਰੱਖਦਾ ਸੀ, ਸਰਕਾਰ ਦਿੰਦੀ ਸੀ, ਕੋਈ ਉਹ ਆਪਦਾ ਖਰਚਾ ਚਲਾ ਲੈਂਦਾ ਸੀ। ਕਹਿੰਦਾ ਜੀ ਮੈਂ ਤਾਂ ਨਹੀਂ ਆਇਆ ਸੀ। ਤੇ ਮੈਂ ਕਿਹਾ ਅੱਜ ਕਿਉਂ ਆ ਗਏ? ਕਹਿੰਦਾ ਜਦੋਂ ਮੈਂ 42F ਤੋਂ ਤੁਰਿਆ ਨਾ ਤੇ ਮੈਨੂੰ ਖਿੱਚ ਪੈਣੀ ਸ਼ੁਰੂ ਹੋ ਗਈ, ਤੇ ਮੈਨੂੰ ਪਤਾ ਲੱਗਿਆ ਵੀ ਇੱਥੇ ਨਵੇਂ ਬਾਬੇ ਕੋਈ ਆਏ ਆ, ਤੇ ਮੈਂ ਫਿਰ ਸਾਈਕਲ ਅੰਦਰ ਕਰ ਲਿਆ। ਹੁਣ ਇੱਥੇ ਕਹਿ ਦਈਏ ਮੇਰਾ ਵੈਦ ਗੁਰੂ ਗੋਬਿੰਦਾ, ਉਹ ਕਦੀ ਵੜਿਆ ਨਹੀਂ ਸੀ ਗੁਰਦੁਆਰੇ, ਮੈਂ ਕਿਸੇ ਨੂੰ ਜਾਣਦਾ ਨਹੀਂ ਸੀ। ਬਿਮਾਰੀ ਨੇ, ਤਕਲੀਫ ਨੇ ਘੇਰਿਆ, ਤੇ ਡਾਕਟਰਾਂ ਕੋਲ ਸਰਚ ਹੁੰਦੀ ਹੈ, ਡਾਕਟਰਾਂ ਨੂੰ ਉਹ ਦਵਾਈਆਂ ਦਿੱਤੀਆਂ ਜਾਂਦੀਆਂ ਹੈ ਕਿ ਇੱਕ ਗੋਲੀ ਲਓ ਤੇ ਬੁਖਾਰ ਉਤਰ ਜਾਏਗਾ। ਕਹਿੰਦੇ ਪੈਰਾਸੀਟਾਮੋਲ ਲੈ ਲਓ ਉਤਰ ਜਾਏਗਾ, ਅੱਜ ਕਹਿੰਦੇ ਡੋਲੋ ਲੈ ਲਓ ਇੱਕ ਗੋਲੀ। ਸਾਰੇ ਡਾਕਟਰ ਬਣੇ ਹੋਏ ਆ, ਬੁਖਾਰ ਤੁਹਾਡਾ ਉਤਰ ਜਾਏਗਾ।
ਆ ਡਿਸਪਰੀਨ ਲੈ ਲਓ ਫਲਾਣੀਆਂ, ਇੱਕ ਇੱਕ ਦੋ ਦੋ ਗੋਲੀਆਂ ਸੀ। ਤੇ ਇਹ ਉਸ ਸਮੇਂ ਪ੍ਰਚਲਿਤ ਸੀ ਵੀ ਫਲਾਣੀ ਗੋਲੀ ਲੈ ਲਓ, ਆਹ ਲੈ ਲਓ। ਗੁਰੂ ਸਾਹਿਬ ਆਪ ਜਿਹੜਾ ਤੇਰਾ ਰੋਗ ਕੱਟਣਗੇ ਉਹ ਪੱਟਣਗੇ ਜੜ੍ਹਾਂ ਤੋਂ, ਤੇ ਜਿਹੜਾ ਤੇਰਾ ਡਾਕਟਰ ਰੋਗ ਕੱਟਣਗੇ ਉਹ ਉੱਤੋਂ ਉੱਤੋਂ ਮੁੱਛਣਗੇ, ਥੱਲੇ ਫਿਰ ਫੁੱਟ ਆਏਗਾ। ਬਾਬਾ ਰੋਗ ਕੱਢਦਾ ਜੜ੍ਹਾਂ 'ਚੋਂ। ਮੇਰਾ ਵੈਦ ਉਹਨਾਂ ਕਹਾ ਵੈਦਾ ਮੇਰੀ ਬਾਂਹ ਛੱਡ ਦੇ, ਤੈਨੂੰ ਨਹੀਂ ਮੇਰੇ ਰੋਗ ਦਾ ਪਤਾ ਲੱਗਣਾ। ਮੇਰੇ ਰੋਗਾਂ ਦਾ ਤਾਂ ਮੇਰਾ ਮਾਲਕ ਸੁਆਮੀ ਹੀ ਜਾਣਦਾ ਏ, ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਪੜਿਓ। ਤੈਨੂੰ ਰੋਗ ਦਾ, ਉਹ ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ ਕਿ ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ, ਇਹ ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਪਤਾ ਨਹੀਂ ਲੱਗਣਾ, ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਅੰਮ੍ਰਿਤ ਵੇਲੇ ਦਾ ਕੀਰਤਨ ਉਧਰ ਹੀ ਹੋਣਾ ਨਾ, ਅੰਮ੍ਰਿਤ ਵੇਲੇ ਦਾ ਕੀਰਤਨ ਉਧਰ ਹੋਏਗਾ ਨਾ, ਸੱਚਖੰਡ। ਗੁਰੂ ਸਾਹਿਬ ਆ ਗਏ ਤੇ ਅੰਮ੍ਰਿਤ ਵੇਲੇ ਦਾ ਕੀਰਤਨ ਇੱਥੇ ਹੀ ਸ਼ੁਰੂ ਹੋਏਗਾ। ਹੁਣ ਜਿੰਨੀਆਂ ਸੁਖਮਨੀ ਸਾਹਿਬ ਦੀਆਂ ਅਸ਼ਟਪਦੀਆਂ ਰਹਿੰਦੀਆਂ ਹੋਈਆਂ ਗੁਰਮੁਖ ਪਿਆਰੇ ਪੜ੍ਹਨਗੇ, ਉਸ ਤੋਂ ਉਪਰੰਤ ਫਿਰ ਅਰਦਾਸ ਹੋ ਜਾਣੀ। ਵਿੱਚ ਹੀ ਸਾਡੀ ਕਰਦੇ ਆ ਜੇ ਅਰਦਾਸ।